First we will discuss about Zoom cultivators, and today we will discuss about hunters and gatherers. Some were hunters and gatherers in a many region tribal group lived by hunting animals and gathering forest produce. ਟਰਾਈਬਲ ਗਰੁੱਪ ਦੇ ਵਿੱਚੋਂ ਕੁਝ ਅਜਿਹੇ ਸੀ ਜਿਹੜੇ ਕਿ ਐਨੀਮਲਸ ਨੂੰ ਹੰਟ ਕਰਦੇ ਸੀ। ਉਹਨਾਂ ਵਿੱਚੋਂ ਕੁਝ ਅਜਿਹੇ ਸੀ ਜਿਹੜੇ ਜੰਗਲਾਂ ਦੇ ਜਿਹੜੀ ਉਪਜ ਸੀ ਉਸ ਨੂੰ ਇਕੱਠਾ ਕਰਦੇ ਸੀ। They saw forests as essential for survival. ਇਹ ਜੰਗਲਾਂ ਨੂੰ ਆਪਣੀ ਜ਼ਿੰਦਗੀ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨਦੇ ਸਨ। The Khons were such a community living in a forest of Odisha. Begas of Central India follow this practice. ਉੜੀਸਾ ਦੇ ਜੰਗਲਾਂ ਵਿੱਚ ਰਹਿਣ ਵਾਲੇ ਖੌਨ ਸਮੁਦਾਇ ਅਤੇ ਬੇਗਾਸ ਜੋ ਕਿ ਸੈਂਟਰਲ ਇੰਡੀਆ ਦੇ ਵਿੱਚ ਰਹਿੰਦੇ ਸਨ, ਇਹ ਵੀ ਇਸ ਪ੍ਰੈਕਟਿਸ ਨੂੰ ਇਸ ਸਮੁਦਾਇ ਦੀ ਪ੍ਰੈਕਟਿਸ ਨੂੰ ਫੋਲੋ ਕਰਦੇ ਸਨ। They regularly went out on collective hunts and then divided, then meet amongst themselves. ਖੌਨਸ ਤੇ ਬੇਗਾਸ ਜਿਹੜੇ ਟਰਾਈਬ ਸੀ, ਇਹਨਾਂ ਦੇ ਲੋਕ ਆਪਸ ਵਿੱਚ ਟੋਲੀਆਂ ਬਣਾ ਕੇ ਸ਼ਿਕਾਰ ਵਾਸਤੇ ਨਿਕਲਦੇ ਸਨ ਅਤੇ ਜੋ ਵੀ ਉਹਨਾਂ ਨੂੰ ਮਿਲਦਾ ਸੀ ਉਸ ਨੂੰ ਆਪਸ ਵਿੱਚ ਉਹ ਵੰਡ ਲੈਂਦੇ ਸਨ। They eat fruits and roots collected from the forest and cooked food with the oil they attracted from the seeds of sal and mahua. ਇਹ ਟਰਾਈਬਸ ਕੀ ਕਰਦੀਆਂ ਸੀ, ਜੋ ਜੰਗਲਾਂ ਦੇ ਵਿੱਚੋਂ ਫਰੂਟਸ ਅਤੇ ਰੂਟਸ ਨੂੰ ਇਕੱਠਾ ਕਰਦੇ ਸੀ ਉਸ ਨੂੰ ਖਾ ਲੈਂਦੇ ਸੀ। ਸਾਲ ਅਤੇ ਮਹੂਆ ਦੇ ਟਰੀ ਦੇ ਜਿਹੜੇ ਬੀਜ ਸੀ ਉਹਨਾਂ ਦੇ ਵਿੱਚੋਂ ਨਿਕਲੇ ਤੇਲ ਨੂੰ ਖਾਣਾ ਬਣਾਉਣ ਲਈ ਵਰਤਦੇ ਸੀ। The local weavers and leather workers turned to the Khons when they needed supplies of kusum and plash flowers to color their clothes and leather. ਹੁਣ ਲੋਕਲ ਵੀਵਰਸ ਅਤੇ ਲੈਦਰ ਵਰਕਰਸ ਨੂੰ ਜਦੋਂ ਵੀ ਕੱਪੜੇ ਨੂੰ ਅਤੇ ਲੈਦਰ ਨੂੰ ਰੰਗਣ ਲਈ ਕੁਸਮ ਫਲਾਵਰ ਅਤੇ ਪਲਾਸ ਫਲਾਵਰ ਦੀ ਲੋੜ ਪੈਂਦੀ ਤਾਂ ਖੌਨਸ ਜਿਹੜਾ ਸਮੁਦਾਇ ਸੀ ਉਸ ਦੇ ਕੋਲੇ ਇਸ ਫਲਾਵਰ ਦੀ ਡਿਮਾਂਡ ਕਰਦੇ। They used many forest shrubs and herbs for medicinal purpose. ਇਹ ਲੋਕ ਜਿਹੜੇ ਸ਼ਰਬ ਸੀ ਅਤੇ ਹਰਬ ਸੀ, ਜੜੀ ਬੂਟੀਆਂ ਦੀ ਵਰਤੋਂ ਮੈਡੀਸਨ ਵਾਸਤੇ ਕਰਦੇ ਸੀ। ਐਂਡ ਸੋਲਡ ਫੋਰੈਸਟ ਪ੍ਰੋਡਿਊਸ ਇਨ ਆ ਲੋਕਲ ਮਾਰਕੀਟ। ਉਸ ਤੋਂ ਬਾਅਦ ਇਹ ਜੋ ਵੀ ਮੈਡੀਸਨ ਤਿਆਰ ਕੀਤੀ ਜਾਂਦੀ ਸੀ ਉਸ ਨੂੰ ਲੋਕਲ ਮਾਰਕੀਟ ਦੇ ਵਿੱਚ ਲਿਜਾਇਆ ਜਾਂਦਾ ਸੀ। The activities of hunters and gatherers tribal group, like they used to hunt collectively, gather fruits and roots, use shrubs medicinal purpose, sold from produce in local markets. Local weavers depended on the tribes for kusum flowers which were used as a dye. Third point is animal herders. Tribe like Van Gujars, Labadis and Gadis and Bakarwals practiced this. Many tribal groups lived by herding and rearing animals. ਹੁਣ ਇਹਨਾਂ ਵਿੱਚ ਬਹੁਤ ਸਾਰੇ ਟਰਾਈਬਲ ਗਰੁੱਪ ਅਜਿਹੇ ਸੀ ਜਿਹੜੇ ਕਿ ਪਸ਼ੂਆਂ ਨੂੰ ਪਾਲਦੇ ਸੀ ਅਤੇ ਉਹਨਾਂ ਤੋਂ ਬਹੁਤ ਸਾਰਾ ਮਟੀਰੀਅਲ ਕੀ ਸੀ ਪ੍ਰਾਪਤ ਕਰਦੇ ਸੀ। They were pastoralists who moved with their herds of cattle or sheep according to the season. ਜਿਹੜੇ ਚਾਰਗਾਹ ਹੁੰਦੇ ਸੀ ਉਹ ਸੀਜ਼ਨ ਦੇ ਅਕੋਰਡਿੰਗ ਆਪਣੀਆਂ ਕੈਟਲ ਸ਼ੀਪ ਅਤੇ ਕੈਟਲ ਦੇ ਵਿੱਚ ਜਿਵੇਂ ਮੱਝਾਂ ਅਤੇ ਗਾਵਾਂ ਨੂੰ ਅਤੇ ਨਾਲ ਸ਼ੀਪਸ ਨੂੰ ਸੀਜ਼ਨ ਦੇ ਅਕੋਰਡਿੰਗ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਸੀ। Many tribal groups lived by herding and rearing animals, like Van Gujars of the Punjab Hills and the Labadias of Andhra Pradesh. When the grass in one place was exhausted, they moved to another area. ਜਦੋਂ ਇਹਨਾਂ ਨੂੰ ਪਤਾ ਚੱਲਦਾ ਸੀ ਕਿ ਇੱਕ ਜਗ੍ਹਾ ਤੋਂ ਗਰਾਸ ਜਿਹੜਾ ਕਿ ਖਤਮ ਹੋ ਚੁੱਕਾ ਵਾ ਅਤੇ ਇਹ ਦੂਜੇ ਖੇਤਰਾਂ ਵੱਲ ਚਲੇ ਜਾਂਦੇ ਸੀ। The Gadis of Kullu were sheep herds. ਜਿਹੜੇ ਗਾਡੀਸ ਟਰਾਈਬ ਸੀ ਕੁੱਲੂ ਦੇ ਵਿੱਚ ਉਹ ਸ਼ੀਪ ਹਰਡ ਨੂੰ ਰੱਖਦੀ ਸੀ। ਐਂਡ ਬੱਕਰਵਾਲ ਆਫ ਕਸ਼ਮੀਰ ਰੇਰਿਡ ਗੋਡਸ। ਬੱਕਰਵਾਲ ਜੋ ਕਸ਼ਮੀਰ ਦੀ ਟਰਾਈਬ ਸੀ ਉਹ ਕਿਸ ਨੂੰ ਪਾਲਦੀ ਸੀ? ਗੋਡਸ ਨੂੰ। Warrior Allen, a British anthropologist who lived
among the Begas and Khons Central India। ਵੇਰੀਅਰ ਐਲਨ ਜੋ ਕਿ ਇੱਕ ਬ੍ਰਿਟਿਸ਼ ਮਾਨਵ ਵਿਗਿਆਨੀ ਸੀ, ਇਹ ਬਿਗਾਸ ਅਤੇ ਖੌਂਡ ਨਾਂ ਦੀ ਜਿਹੜੀਆਂ ਟਰਾਈਬ ਸੀ ਇਹਨਾਂ ਦੇ ਨਾਲ ਕਾਫੀ ਲੰਮਾ ਸਮਾਂ ਸਪੈਂਡ ਕੀਤਾ ਅਤੇ ਜਿਸ ਦੌਰਾਨ ਇਸਨੇ ਇਹਨਾਂ ਲੋਕਾਂ ਦਾ ਰਹਿਣ ਸਹਿਣ, ਖਾਣਾ ਪੀਣਾ, ਪਹਿਰਾਵਾ ਔਰ ਸਮਾਜਿਕ ਰੀਤੀ ਰਿਵਾਜਾਂ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਸੀ। ਆਫ ਆਲ ਦਾ ਆਦੀਵਾਸੀਜ਼ ਇਨ ਸੈਂਟਰਲ ਇੰਡੀਆ, the Begas were known as the best hunters। ਸੈਂਟਰਲ ਇੰਡੀਆ ਦੇ ਵਿੱਚ ਬਹੁਤ ਸਾਰੇ ਆਦੀਵਾਸੀ ਟਰਾਈਬਸ ਵਾ ਜਿਹੜੀ, ਇਹਨਾਂ ਦੇ ਵਿੱਚੋਂ ਬੇਗਾਸ ਟਰਾਈਬ ਨੂੰ ਸਭ ਤੋਂ ਬੈਸਟ ਹੰਟਰ ਮੰਨਿਆ ਜਾਂਦਾ ਹੈ। ਸਮ ਟੁੱਕ ਦਾ ਸੈਟਲਡ ਕਲਟੀਵੇਸ਼ਨ। ਹੁਣ ਟਰਾਈਬਸ ਗਰੁੱਪ ਵਿੱਚੋਂ ਕੁਝ ਲੋਕ ਕੀ ਸੀ, ਸੈਟਲਡ ਕਲਟੀਵੇਸ਼ਨ ਕਰਨ ਲੱਗੇ। Even before the 19th century, many from within tribal groups had become settling down the cultivating their fields in one place year after year। 19ਵੀਂ ਸਦੀ ਦੇ ਵਿੱਚ ਟਰਾਈਬਲ ਗਰੁੱਪਸ ਸਥਾਈ ਰੂਪ ਵਿੱਚ ਇੱਕ ਹੀ ਜਗ੍ਹਾ 'ਤੇ ਖੇਤੀ ਕਰਨ ਲੱਗੇ। They began to use plough and gradually got rights over the land they lived। ਹੁਣ ਇਹ ਜਿਹੜੇ ਕਬੀਲੇ ਸੀ ਇਹਨਾਂ ਨੇ ਹਲ ਨੂੰ ਵੀ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਜਿਸ ਜ਼ਮੀਨ 'ਤੇ ਇਹ ਖੇਤੀ ਕਰਦੇ ਸੀ ਉਸ ਜ਼ਮੀਨ 'ਤੇ ਰਹਿਣ ਵੀ ਲੱਗੇ ਅਤੇ ਉਸ 'ਤੇ ਆਪਣਾ ਅਧਿਕਾਰ ਵੀ ਸਥਾਪਿਤ ਕਰ ਲਿਆ। In many cases like the Mundas of Chota Nagpur, the land belonged to clan as a whole। ਬਹੁਤ ਸਾਰੇ ਕਬੀਲਿਆਂ ਵਿੱਚ ਜਿਵੇਂ ਛੋਟਾ ਨਾਗਪੁਰ ਦੇ ਮੁੰਡਾ ਜਿਹੜਾ ਕਬੀਲਾ ਸੀ ਉਹਦੇ ਵਾਂਗੂ ਜ਼ਮੀਨ 'ਤੇ ਪੂਰੇ ਕਬੀਲਿਆਂ ਦੀ ਕਿਸੇ ਇੱਕ ਸੰਪਤੀ ਬਣ ਗਈ। All members of the clan were regarded as descendants of the original settlers who had first cleared the land। ਹੁਣ ਕੁੱਲ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਨੂੰ ਮੂਲ ਨਿਵਾਸੀ ਮੰਨਿਆ ਜਾਂਦਾ ਸੀ, ਕਿੰਨਾ ਵਾਂਗੂ, ਮੁੰਡਾ ਵੰਸ਼ ਵਾਂਗੂ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆ ਕੇ ਕੀ ਜ਼ਮੀਨ ਨੂੰ ਸਾਫ਼ ਕੀਤਾ ਸੀ ਅਤੇ ਜਿਸ ਦੇ ਨਾਲ ਸਾਰਿਆਂ ਦਾ ਬਰਾਬਰ ਹੱਕ ਵੀ ਮੰਨਿਆ ਜਾਂਦਾ ਸੀ। Very often some people within the clan acquired more powers than others, some become chiefs and other followers। ਹੁਣ ਅਕਸਰ ਉਹ ਲੋਕ ਜਿਹੜੇ ਕਿ ਮੁੰਡਾ ਕਬੀਲੇ ਦੇ ਨਾਲ ਸੰਬੰਧ ਰੱਖਦੇ ਸੀ, ਉਸ ਵੰਸ਼ ਦੇ ਲੋਕਾਂ ਨੇ ਬਹੁਤ ਸਾਰੀ ਪਾਵਰ ਅਗੇਨ ਕਰ ਲਈ ਦੈਨ ਅਦਰਸ। ਹੁਣ ਉਹਨਾਂ ਵਿੱਚੋਂ ਕੁਝ ਕੀ ਸੀ, ਚੀਫ ਬਣ ਗਏ ਅਤੇ ਬਾਕੀ ਉਹਨਾਂ ਦੇ ਫੋਲੋਵਰਸ ਬਣ ਗਏ। ਪਾਵਰਫੁਲ ਮੈਨ ਆਫਨ ਦੇ ਆਰ ਰੈਂਟਡ ਆਊਟ ਦੇਅਰ ਲੈਂਡ ਇੰਸਟੈਡ ਦਾ ਕਲਟੀਵੇਟਿੰਗ ਇਟ ਦੈਮਸੈਲਵਜ਼। ਹੁਣ ਜਿਹੜਾ ਪਾਵਰਫੁਲ ਮੈਨ ਸੀ ਉਹ ਕੀ ਕਰਦਾ ਸੀ, ਆਪ ਖੇਤੀ ਨਾ ਕਰਕੇ ਆਪਣੀ ਜ਼ਮੀਨ ਨੂੰ ਰੈਂਟ 'ਤੇ ਦਿੰਦਾ ਸੀ। British officials saw settled tribal groups like Gonds and Santhals as more civilized than hunters, gatherers or shifting cultivators। British officer ਨੂੰ ਲੱਗਦਾ ਸੀ ਕਿ ਗੌਂਡ ਤੇ ਸੰਥਾਲ ਵਰਗੇ ਜਿਹੜੇ ਕਬੀਲੇ ਸੀ ਇੱਕ ਜਗ੍ਹਾ ਰਹਿ ਕੇ ਉਹ ਕੀ ਆ ਇੱਕ ਸਥਾਈ ਰੂਪ ਵਿੱਚ ਸੱਭਿਅਕ ਬਣ ਚੁੱਕੇ ਸੀ ਅਤੇ ਇਹਨਾਂ ਦੇ ਮੁਕਾਬਲੇ ਜਿਹੜੇ ਕਲਟੀਵੇਟਰ, ਸ਼ਿਫਟਿੰਗ ਕਲਟੀਵੇਟਰ ਸੀ, ਹੰਟਰ ਗੈਦਰਰ ਸੀ, ਇਹਨਾਂ ਦੇ ਮੁਕਾਬਲੇ ਕੀ ਅਸੱਭਿਅਕ ਸੀ। ਹੁਣ ਦੋਜ਼ ਹੂ ਲਿਵਡ ਇਨ ਅ ਫੋਰੈਸਟ ਵਰ ਕੰਸੀਡਰਡ ਟੂ ਬੀ ਵਿਲਡ ਐਂਡ ਸਾਵੇਜ, ਦੇ ਨੀਡ ਟੂ ਬੀ ਸੈਟਲਡ ਐਂਡ ਸਿਵਿਲਾਈਜ਼ਡ। ਹੁਣ ਇਹਨਾਂ ਦੇ ਮੁਕਾਬਲੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਸੀ ਲੋਕ ਉਹ ਕੀ ਅਸੱਭਿਅਕ ਸੀ ਅਤੇ ਉਹਨਾਂ ਨੂੰ ਲੋੜ ਸੀ ਕਿ ਉਹ ਹੁਣ ਇੱਕ ਜਗ੍ਹਾ ਸੈਟਲਡ ਹੋਣ ਅਤੇ ਸਿਵਿਲਾਈਜ਼ਡ ਬਣਨ।